एक ओंकार सतनाम करता पुरख निर्भव निर्वैर काल मूर्त अजूनी सैभं गुर प्रसाद वाहगुरु 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 वाहगुरु। वाहिगुरु जी का खालसा वाहिगुरु जी की फतेह। गुरमत एजुकेशन मिशन दिल्ली और सिख मिशनरी ਕਾਲਜ ਲੁਧਿਆਣਾ ਵੱਲੋਂ ਸਾਂਝੀ ਗੁਰਮਤ ਕਲਾਸ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਆਓ ਜਿਵੇਂ ਪਿਛਲੀ ਵਾਰੀ ਇਹ ਨਵਾਂ ਫਾਰਮੈਟ ਅਸੀਂ ਅਪਣਾਇਆ ਸੀ ਕਿ ਜਿਹੜੇ ਕੁਝ ਇੰਪੋਰਟੈਂਟ ਸਵਾਲ ਹੁੰਦੇ ਹਨ ਉਹਨਾਂ ਦੇ ਜਵਾਬ ਜਿਹੜੇ ਹਨ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਤੇ ਉਸ ਦੇ ਉੱਪਰ ਆਪ ਜੀ ਦੀ ਕੋਈ ਕਲੈਰੀਫਿਕੇਸ਼ਨ ਹੋਵੇ ਤੇ ਆਪ ਜੀ डिस्कशन तो बाद आप जी अपना हैंड रेस करके ਉਹਦੇ ਉੱਪਰ ਕੁਐਸਚਨ ਜਿਹੜੇ ਹੋ ਆਪ ਜੀ ਪੁੱਛ ਸਕਦੇ ਹੋ। ਤੋ ਇਹ ਸਵਾਲ ਜਿਹੜੇ ਹਨ ਉਹ ਗੁਰਮਤ ਦੇ ਨਾਲ ਹੀ ਸੰਬੰਧਿਤ ਹੁੰਦੇ ਹਨ, ਕਦੀ ਇਤਿਹਾਸ ਦੇ ਨਾਲ ਸੰਬੰਧਿਤ ਹੁੰਦੇ ਹਨ ਤੇ ਕਦੀ ਗੁਰਬਾਣੀ ਦੇ ਨਾਲ ਸੰਬੰਧਿਤ ਹੁੰਦੇ ਹਨ। ਤੋ ਅੱਜ ਦੇ ਜਿਹੜੇ ਅਸੀਂ ਸਭ ਤੋਂ ਪਹਿਲਾ ਸਵਾਲ ਅਸੀਂ ਜੋ ਆਪ ਜੀ ਦੇ ਨਾਲ ਵਿਚਾਰ ਵਾਸਤੇ ਚੁਣਿਆ ਹੈ ਉਹ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਬਾਣੀ ਪੜ੍ਹਦੇ ਹਾਂ ਤੇ ਉਹਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਹੈ ਕਿ ਭਾਸ਼ਾ ਕਿਹੋ ਜਿਹੀ ਹੈ ਤੇ ਉਹਦਾ ਹੈਡਿੰਗ ਜਿਹੜਾ ਹੈ ਉਹ ਸੰਸਕ੍ਰਿਤੀ ਸ਼ਲੋਕ ਦੇ ਨਾਲ ਹੁੰਦਾ ਹੈ। ਤੋ ਇਹ ਸਵਾਲ ਇਹ ਪੁੱਛਿਆ ਹੈ ਸਰ ਬਲਬੀਰ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਕਿ ਗੁਰਬਾਣੀ ਵਿੱਚ ਦਰਜ ਸ਼ਲੋਕ ਸੰਸਕ੍ਰਿਤੀ ਵਿੱਚ ਸੰਸਕ੍ਰਿਤੀ ਤੋਂ ਕੀ ਭਾਵ ਹੈ ਤੇ ਇਹ ਵਾਜਬ ਹੈ। ਕਈਆਂ ਨੇ ਇਸ ਤਰ੍ਹਾਂ ਪੁੱਛਿਆ ਹੁੰਦਾ ਹੈ। ਮੈਂ ਵੀ ਇੱਕ ਵਾਰੀ ਗੁਰਦੁਆਰਾ ਬੰਗਲਾ ਸਾਹਿਬ ਕਥਾ ਸੁਣਨ ਗਿਆ ਸੀਗਾ ਤੇ ਉੱਥੇ ਪਰਵਾਨਾ ਜੀ ਕਥਾ ਕਰ ਰਹੇ ਸਨ ਤੇ ਮੈਂ ਵੀ ਉਹਨਾਂ ਕੋਲ ਜਾ ਕਰਕੇ ਕਿਉਰਿਓਸਿਟੀ ਦੇ ਨਾਲ ਪੁੱਛਿਆ ਕਿ ਸਿੰਘ ਸਾਹਿਬ ਜੀ ਸੰਸਕ੍ਰਿਤੀ ਔਰ ਸੰਸਕ੍ਰਿਤੀ ਦੇ ਵਿੱਚ ਕੀ ਫਰਕ ਹੈ ਸੰਸਕ੍ਰਿਤੀ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਜਿਹੜੀ ਗੱਲ ਸਮਝਾਈ ਸੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹੁੰਦਾ। ਪਹਿਲਾਂ ਦੇਖਦੇ ਹਾਂ ਕਿ ਬਾਣੀ ਦੇ ਪ੍ਰਸਿੱਧ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਮੁਤਾਬਕ ਸੰਸਕ੍ਰਿਤੀ ਲਫ਼ਜ਼ ਸਹਿਸ ਸੰਸਕ੍ਰਿਤੀ ਦੇ ਲਫ਼ਜ਼ ਸੰਸ ਦਾ ਪ੍ਰਕਿਰਤਕ ਰੂਪ ਹੈ ਜਿਵੇਂ ਲਫ਼ਜ਼ ਸੰਸ਼ਯ ਦਾ ਪ੍ਰਕਿਰਤਕ ਰੂਪ ਸਹਿਸਾ ਹੈ। ਸੋ ਇਹ ਸ਼ਲੋਕ ਜਿਨ੍ਹਾਂ ਦਾ ਸਿਰਲੇਖ ਸੰਸਕ੍ਰਿਤੀ ਹੈ ਸੰਸਕ੍ਰਿਤ ਦੇ ਨਹੀਂ ਹਨ। ਮੈਂ ਫਿਰ ਰਿਪੀਟ ਕਰਦਾ ਹਾਂ ਕਿ ਇਹ ਜੋ ਸ਼ਲੋਕ ਜਿਨ੍ਹਾਂ ਦੇ ਸਿਰਲੇਖ ਸੰਸਕ੍ਰਿਤੀ ਹੈ ਉਹ ਸੰਸਕ੍ਰਿਤ ਦੇ ਨਹੀਂ ਹਨ। ਲਫ਼ਜ਼ ਸੰਸਕ੍ਰਿਤੀ ਸੰਸਕ੍ਰਿਤ ਦਾ ਪ੍ਰਾਕ੍ਰਿਤਿਕ ਰੂਪ ਹੈ ਸੰਸਕ੍ਰਿਤ। ਇਹ ਸਾਰੇ ਸ਼ਲੋਕ ਵੀ ਪ੍ਰਾਕ੍ਰਿਤਿਕ ਬੋਲੀ ਦੇ ਹੀ ਹਨ। ਇਹ ਜੋ ਸੰਸਕ੍ਰਿਤੀ ਹੈ ਜਿਹਨੂੰ ਅਸੀਂ ਦੇਖਦੇ ਹਾਂ ਕਿ 12 ਤੋਂ ਵਧੇਕ ਸ਼ਲੋਕਾਂ ਤੋਂ ਨਾਲ ਉਸ ਤੋਂ ਬਾਅਦ ਆਰੰਭ ਹੁੰਦੇ ਹਨ। ਤੋ ਭਾਈ ਕਾਹਨ ਸਿੰਘ ਜੀ ਨਾਭਾ ਨੇ ਜੋ ਸੰਸਕ੍ਰਿਤੀ ਬਾਰੇ ਜੋ ਸਾਨੂੰ ਦੱਸਿਆ ਹੈ ਉਹ ਕਹਿੰਦੇ ਹਨ ਕਿ ਜਿਹੜੀ ਗਾਥਾ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤੋਂ ਬਾਅਦ ਆਉਂਦੀ ਹੈ ਉਹ ਵੀ ਇੱਕ ਸੰਸਕ੍ਰਿਤੀ ਦਾ ਹੀ ਪਰਿਆਇ ਰੂਪ ਹੈ। ਇਸ ਨੂੰ ਸੰਸਕ੍ਰਿਤ ਪਾਲੀ ਤੇ ਪ੍ਰਾਕ੍ਰਿਤਿਕ ਭਾਸ਼ਾਵਾਂ ਦਾ ਮਿਸ਼ਰਤ ਰੂਪ ਸਵੀਕਾਰ ਕਰਦੇ ਹਨ। ਭਾਵੇਂ ਜੋ ਸੰਸਕ੍ਰਿਤੀ ਦੇ ਸ਼ਲੋਕ ਹਨ ਇਹਨਾਂ ਦੇ ਵਿੱਚ ਜਿਹੜੀ ਚੀਜ਼ ਵਰਣਨ ਕੀਤੀ ਜਾਂਦੀ ਹੈ ਭਾਸ਼ਾ ਵਰਤੀ ਜਾਂਦੀ ਹੈ ਉਹਦੇ ਵਿੱਚ ਸੰਸਕ੍ਰਿਤ ਪਾਲੀ ਤੇ ਪ੍ਰਾਕ੍ਰਿਤਿਕ ਭਾਸ਼ਾਵਾਂ ਦਾ ਮਿਸ਼ਰਤ ਰੂਪ ਹੁੰਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਵਿਚਾਰ ਹੈ ਕਿ ਸ਼ਲੋਕ ਸੰਸਕ੍ਰਿਤੀ ਇਸੇ ਭਾਸ਼ਾ ਵਿੱਚ ਹੀ ਲਿਖੇ ਹੋਏ ਹਨ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਤਾ ਵੀ ਗਾਥਾ ਤੇ ਸੰਸਕ੍ਰਿਤੀ ਨੂੰ ਇੱਕੋ ਹੀ ਭਾਸ਼ਾਈ ਰੂਪ ਮੰਨਦੇ ਹੋਏ ਲਿਖਦੇ ਹਨ ਕਿ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਪ੍ਰਾਕ੍ਰਿਤਿਕ ਦੇ ਮੁਕਾਬਲੇ ਤੇ ਸੰਸਕ੍ਰਿਤ ਹੁੰਦੀ ਸੀ ਤਿਵੇਂ ਗੁਰੂ ਸਾਹਿਬ ਦੇ ਵਕਤ ਆਮ ਪ੍ਰਾਂਤਿਕ ਬੋਲੀਆਂ ਦੇ ਮੁਕਾਬਲੇ ਇੱਕ ਬਨੌਟੀ ਜਿਹੀ ਬੋਲੀ ਪ੍ਰਚਲਿਤ ਸੀ ਜਿਸ ਨੂੰ ਗਾਥਾ ਜਾਂ ਸੰਸਕ੍ਰਿਤੀ ਕਹਿੰਦੇ ਸਨ। ਮੈਂ ਫਿਰ ਰਿਪੀਟ ਕਰਦਾ ਹਾਂ ਕਿ ਸ਼ਬਦਾਰਥ ਦੇ ਵਿੱਚ ਜੋ ਲਿਖਿਆ ਹੈ ਕਿ ਗਾਥਾ ਔਰ ਸੰਸਕ੍ਰਿਤੀ ਇੱਕੋ ਹੀ ਭਾਸ਼ਾ ਦੇ ਰੂਪ ਹਨ
ਜਿਵੇਂ ਪੁਰਾਣੇ ਜ਼ਮਾਨੇ ਵਿੱਚ ਪ੍ਰਾਕ੍ਰਿਤਕ ਦੇ ਮੁਕਾਬਲੇ ਤੇ ਸੰਸਕ੍ਰਿਤ ਹੁੰਦੀ ਸੀ, ਤਿਵੇਂ ਗੁਰੂ ਸਾਹਿਬ ਦੇ ਵਕਤ ਆਮ ਪ੍ਰਾਂਤਕ ਬੋਲੀਆਂ ਦੇ ਮੁਕਾਬਲੇ ਇੱਕ ਬਨੌਟੀ ਜਿਹੀ ਬੋਲੀ ਪ੍ਰਚਲਿਤ ਸੀ, ਜਿਸ ਨੂੰ ਗਾਥਾ ਜਾਂ ਸੰਸਕ੍ਰਿਤੀ ਕਹਿੰਦੇ ਸੀ। ਇਹ ਬੋਲੀ, ਜਿਸ ਨੂੰ ਸੰਸਕ੍ਰਿਤੀ ਜਾਂ ਗਾਥਾ ਕਹਿੰਦੇ ਆ, ਇਹ ਸਾਧਾ ਸੰਤਾਂ ਦੇ ਡੇਰਿਆਂ ਉੱਤੇ ਸਾਰੇ ਹਿੰਦੁਸਤਾਨ ਵਿੱਚ ਸਮਝੀ ਜਾਂਦੀ ਸੀ। ਭਾਵੇਂ ਜਿਹੜੇ ਸਾਧ ਸੰਤਾਂ ਦੇ ਡੇਰੇ ਹੁੰਦੇ ਸਨ, ਉੱਥੇ ਇਹ ਆਪਸ ਵਿੱਚ ਗੱਲਬਾਤ ਦੀ ਆਮ ਭਾਸ਼ਾ ਹੁੰਦੀ ਸੀ। ਸੰਸਕ੍ਰਿਤੀ ਦੇ ਭਾਸ਼ਾਈ ਪੱਖ ਸੰਬੰਧੀ ਉਪਰੋਕਤ ਵਿਚਾਰ ਚਰਚਾ ਦਾ ਨਿਚੋੜ ਡਾਕਟਰ ਰਤਨ ਸਿੰਘ ਜੀ ਜੱਗੀ ਇੱਕ ਹੋਰ ਵਿਦਵਾਨ ਹੋਇਆ। ਉਹਨਾਂ ਨੇ ਵੀ ਇਹਨਾਂ ਸ਼ਬਦਾਂ ਵਿੱਚੋਂ ਦੇਖਿਆ ਜਾ ਸਕਦਾ ਹੈ, ਜੋ ਉਹਨਾਂ ਨੇ ਕਿਹਾ ਕਿ ਸੰਸਕ੍ਰਿਤੀ ਸ਼ਬਦ ਸੰਸਕ੍ਰਿਤ ਸ਼ਬਦ ਦਾ ਪ੍ਰਾਕ੍ਰਿਤਿਕ ਰੂਪ ਹੈ। ਇਹ ਉਸ ਭਾਸ਼ਾ ਲਈ ਵਰਤਿਆ ਜਾਂਦਾ ਹੈ ਜੋ ਸੰਸਕ੍ਰਿਤ ਦੀਆਂ ਲੀਹਾਂ ਉੱਤੇ ਪਾਲੀ ਅਤੇ ਪ੍ਰਾਕ੍ਰਿਤਿਕ ਦੇ ਸੰਯੋਗ ਨਾਲ ਬਣੀ ਸੀ ਅਤੇ ਆਮ ਤੌਰ ਤੇ ਮੁੱਢਲੇ ਸਿੱਧਾਂ ਨਾਥਾਂ ਆਦਿ ਦੇ ਡੇਰਿਆਂ ਵਿੱਚ ਬੋਲੀ ਜਾਂਦੀ ਸੀ। ਇਸ ਦਾ ਇੱਕ ਨਾਂ, ਜਿਵੇਂ ਮੈਂ ਪਹਿਲੇ ਕਿਹਾ, ਕਿ ਇਹ ਗਾਥਾ ਵੀ ਹੈ। तो ਇਹ ਗੱਲ ਸਪਸ਼ਟ ਹੋਈ ਕਿ ਸੰਸਕ੍ਰਿਤ ਜਿਹੜੀ ਸੰਸਕ੍ਰਿਤੀ ਹੈ ਉਹ ਸੰਸਕ੍ਰਿਤ ਨਹੀਂ ਹੈ, ਔਰ ਪਾਲੀ ਭਾਸ਼ਾ ਔਰ ਜਿਹੜੀ ਸੰਸਕ੍ਰਿਤ ਹੈ, ਇਹਨਾਂ ਦਾ ਮਿਸ਼ਰਤ ਰੂਪ ਜਿਹੜਾ ਹੈ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪ੍ਰਾਕ੍ਰਿਤਿਕ ਸੰਸਕ੍ਰਿਤ ਦਾ ਇਹ ਜਿਹੜਾ ਰੂਪ ਹੈ, ਇਸ ਨੂੰ ਅਸੀਂ ਸੰਸਕ੍ਰਿਤੀ ਔਰ ਗਾਥਾ ਵੀ ਅਸੀਂ ਕਹਿੰਦੇ ਹਾਂ। तो ਇਹ ਇਸ ਗੱਲ ਤੋਂ ਅੱਜ ਤੋਂ ਸਪਸ਼ਟ ਹੈ ਕਿ ਅਸੀਂ ਜਦੋਂ ਵੀ ਸੰਸਕ੍ਰਿਤੀ ਸ਼ਲੋਕ ਸਮਝਦੇ ਹਾਂ ਤੇ ਉਹਨੂੰ ਸੰਸਕ੍ਰਿਤ ਦੀ ਭਾਸ਼ਾ ਨਹੀਂ ਸਮਝਣਾ ਹੈ। ਤੇ ਇਹ ਡੇਰਿਆਂ ਵਿੱਚ ਬੋਲਣ ਵਾਲੀ ਇਹ ਸੰਸਕ੍ਰਿਤੀ ਭਾਸ਼ਾ ਜਿਹੜੀ ਹੈ, ਇਸ ਨੂੰ ਕਿਹਾ ਜਾਂਦਾ ਹੈ। ਦੂਸਰਾ ਸਵਾਲ ਇਤਿਹਾਸ ਦੇ ਨਾਲ ਸੰਬੰਧਿਤ ਹੈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤਿਜੋਤ ਸਮਾਨ ਸਮੇਂ सन 1644 ਵਿੱਚ ਗੁਰਗੱਦੀ ਦੀ ਸੌਂਪਣਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੀਤੀ ਤੇ ਤੇਗ ਬਹਾਦਰ ਸਾਹਿਬ ਨੂੰ ਪਰਿਵਾਰ ਨਾਲ ਬਕਾਲੇ ਜਾਣ ਦੇ ਆਦੇਸ਼ ਦਿੱਤੇ, ਜਿੱਥੇ सन 1664 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਬਹੁਤੀਆਂ ਪੁਸਤਕਾਂ ਵਿੱਚ 24 ਤੋਂ 30 ਸਾਲ ਤੱਕ ਬਕਾਲੇ ਵਿੱਚ ਨਿਵਾਸ ਦੀ ਗੱਲ ਜਿਹੜੀ ਹੈ ਤੇਗ ਬਹਾਦਰ ਸਾਹਿਬ ਜੀ ਦੀ ਆਂਦੀ ਹੈ, ਔਰ ਇਹ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਰਹਿਣ ਦੇ ਸਮੇਂ ਦੌਰਾਨ ਤਪ ਕੀਤਾ ਹੈ। ਐਸਾ ਕਿਉਂ, ਸਵਾਲ ਪੁੱਛਣ ਵਾਲੇ ਨੇ ਪੁੱਛਿਆ ਹੈ ਕਿ ਐਸਾ ਕਿਉਂ। ਸਪਸ਼ਟ ਕਰੋ ਕਿ ਕਿਤਨੇ ਸਾਲ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਵਿੱਚ ਰਹੇ ਤੇ ਉਸ ਸਮੇਂ ਮੁੱਖ ਤੌਰ ਤੇ ਆਪ ਜੀ ਨੇ ਪ੍ਰਚਾਰਕ ਲਈ ਕੀ ਕੀਤਾ। ਇਹ ਵੀਰ ਅਜੀਤ ਸਿੰਘ ਜੀ ਨੇ यूपी ਤੋਂ ਸਵਾਲ ਪੁੱਛਿਆ ਹੈ। तो आओ इस बारे विचार करते हैं आप जी के नाल। सिख इतिहास ਵਿੱਚ ਇਹ ਲਿਖਿਆ ਮਿਲਦਾ ਹੈ ਕੁਝ ਲਿਖਾਰੀਆਂ ਵੱਲੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ 1644 ਤੋਂ 1664 ਤੱਕ ਭਾਵ 20 ਸਾਲ ਬਕਾਲੇ ਵਿੱਚ ਰਹੇ, ਜਿਸ ਸਮੇਂ ਦੌਰਾਨ ਆਪ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ। ਇਹ ਕੁਝ ਲਿਖਾਰੀਆਂ ਨੇ ਲਿਖਿਆ ਹੈ। ਕੁਝ ਲਿਖਾਰੀ ਤਪ ਵਾਲਾ ਸਮਾਂ ਕੁਝ ਜ਼ਿਆਦਾ ਵੀ ਦੱਸਦੇ ਹਨ। ਗੁਰੂ ਸਾਹਿਬ ਪ੍ਰਤੀ ਜਾਂ ਗੁਰੂ ਇਤਿਹਾਸ ਸੰਬੰਧੀ ਘੜੀਆਂ ਇਹਨਾਂ ਕਹਾਣੀਆਂ ਨੂੰ ਲਿਖਣ, ਪ੍ਰਚਾਰਨ ਜਾਂ ਫੈਲਾਉਣ ਤੋਂ ਪਹਿਲਾਂ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ਕਿ ਉਹ ਇਸ ਕਹਾਣੀ ਦੇ ਸੱਚ ਜਾਂ ਕੱਚ ਦੀ ਪਰਖ ਗੁਰਬਾਣੀ ਦੀ ਕਸੌਟੀ ਤੇ ਕਰੇ, ਔਰ ਜੋ ਸਿਧਾਂਤ ਗੁਰਮਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਉਹਨਾਂ ਨੂੰ ਕਸੌਟੀ ਦੇ ਤੌਰ ਦੇ ਉੱਪਰ ਵਰਤੇ। ਜਦੋਂ ਅਸੀਂ ਸਿੱਖ ਇਤਿਹਾਸ ਦੀ ਘੋਖ ਕਰਨ ਵਾਲੇ ਖੋਜੀ ਵਿਦਵਾਨਾਂ ਦੀਆਂ ਰਚਨਾਵਾਂ ਪੜ੍ਹਦੇ ਹਾਂ, ਕੁਝ ਤੇ ਉਹ ਵਿਦਵਾਨ ਨੇ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ ਲੇਕਿਨ ਬ੍ਰਾਹਮਣੀ ਐਨਕ ਲਾ ਕੇ ਲਿਖਿਆ ਹੈ। ਉਹ ਇਹੋ ਜਿਹੀਆਂ ਜਿਹੜੀਆਂ ਤਪਾਂ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਨਾਂ ਦੇ ਉੱਪਰ ਲਾ ਕਰਕੇ ਤੇ ਉਹਨੂੰ ਤਪਾਂ ਦੇ ਹਿਸਾਬ ਨਾਲ ਆਪਣੇ ਡੇਰਿਆਂ ਵਿੱਚ ਉਹਦਾ ਪ੍ਰਚਾਰ ਕਰਦੇ ਆ। ਲੇਕਿਨ ਜਿਹੜੇ ਸੁਹਿਰਦ ਇਤਿਹਾਸਕਾਰ ਹਨ ਔਰ ਖੋਜੀ ਵਿਦਵਾਨ ਹਨ, ਉਹਨਾਂ ਦੀ ਜਦੋਂ ਰਚਨਾਵਾਂ ਪੜ੍ਹਦੇ ਆ
ਤਾਂ ਇਹ ਗੱਲ ਸਿੱਧ ਅੱਜ ਸਮਝ ਆ ਜਾਂਦੀ ਹੈ ਕਿ ਗੁਰੂ ਆਪ ਤੇਗ ਬਹਾਦਰ ਸਾਹਿਬ ਨੇ सन 1644 ਦੇ ਆਰੰਭ ਵਿੱਚ ਹੀ ਪਰਿਵਾਰ ਸਮੇਤ ਮਾਤਾ ਜੀ ਤੇ ਧਰਮ ਪਤਨੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਬਕਾਲੇ ਜਾ ਨਿਵਾਸ ਕੀਤਾ ਸੀ। ਭਾਵ 1644 ਦੇ ਆਰੰਭ ਵਿੱਚ ਹੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਜੀ ਨੂੰ ਆਦੇਸ਼ ਕੀਤਾ ਸੀ ਕਿ ਆਪ ਬਕਾਲੇ ਜਾ ਕਰਕੇ ਆਪਣੇ ਪਰਿਵਾਰ ਸਮੇਤ ਉੱਥੇ चले जाओ। तो माता नानकी जी गुरु तेग बहादुर साहब दे माता जी और माता गुजरी जी, माता गुजर कौर जी, वो गुरु हरगोबिंद साहब जी दे हुक्मां अनुसार गुरु तेग बहादुर साहब जी दे नाल बकाले आ गए। बकाले विच गुरु साहब दा रोजाना कार्य सी कि वो गुरु संतान सन और गुरु साहब दे हुक्मां ते पहरा देंदे सन, जगह युद्धां विच भी हिस्सा लिया और उन्हां दा जीवन भी जिहड़ा है ਉਹ ਗੁਰਬਾਣੀ ਦੇ ਨਾਲ ਗੁਰੂ ਸੰਗਤਾਂ ਵਿੱਚ ਆਪ ਜੀ ਗੁਰਬਾਣੀ ਕਥਾ ਤੇ ਕੀਰਤਨ ਰਾਹੀਂ ਪ੍ਰਚਾਰ ਕਰਦੇ ਸਨ। ਆਪ ਇਤੋਂ ਇਹ ਵੀ ਅਸੀਂ ਸਮਝਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਗੁਰਬਾਣੀ ਦੇ ਅੱਛੇ ਵਿਆਖਿਆਕਾਰ ਸਨ, ਉੱਥੇ ਕੀਰਤਨੀਏ ਵੀ ਅੱਛੇ ਸਨ ਕਿ ਉਹ ਕੀਰਤਨ ਵੀ ਕਰਦੇ ਸਨ ਔਰ ਸੰਗਤ ਵਿੱਚ ਕਰਦੇ ਸਨ ਜਦੋਂ ਉਹਨਾਂ ਨੇ ਦੀਵਾਨ ਸਜਾਉਂਦੇ ਸਨ। ਅਤੇ ਸਮੇਂ-ਸਮੇਂ ਕਈ ਗੁਰਸਿੱਖ ਉਹਨਾਂ ਨੂੰ ਮਿਲਣ ਆਉਂਦੇ ਅਤੇ ਗੁਰਮਤਿ ਸੰਬੰਧੀ ਵਿਚਾਰਾਂ ਵੀ ਸਾਂਝੀਆਂ ਕਰਦੇ ਸਨ। ਹਰ ਇੱਕ ਗੁਰੂ ਸਾਹਿਬਾਨ ਦੇ ਜੀਵਨ ਨਾਲ ਇਹ ਵਰਤਾਂਤ ਸਾਨੂੰ ਮਿਲਦਾ ਹੈ ਕਿ ਗੁਰੂ ਸਾਹਿਬ ਦੇ ਕੋਲ ਦੂਰੋਂ ਦੁਰਾਡੋਂ ਸੰਗਤਾਂ ਆਉਂਦੀਆਂ ਸਨ, ਗੁਰਸਿੱਖ ਆਉਂਦੇ ਸਨ, ਉਹਨਾਂ ਨਾਲ ਆਪਣੇ ਆ ਕਰਕੇ ਪ੍ਰਸ਼ਨ ਪੁੱਛਦੇ ਸਨ, ਆਪਣੇ ਵਿਚਾਰ ਸਾਂਝੇ ਕਰਦੇ ਸਨ ਤੇ ਉਹਨਾਂ ਤੋਂ ਜੀਵਨ ਦੀਆਂ ਸੇਧਾਂ ਲੈਂਦੇ ਸਨ। ਸੋ ਐਸਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬਕਾਲੇ ਹਾਲੇ ਗੁਰੂ ਨਹੀਂ ਸਨ ਬਣੇ ਤਾਂ ਉੱਥੇ ਵੀ ਇਹੀ ਕੰਮ ਆਪ ਜੀ ਜਿਹੜੇ ਹਨ ਉਹ ਕਰਦੇ ਸਨ ਕਿਉਂਕਿ ਆਪ ਜੀ ਬਹੁਤ ਵਿਦਵਾਨ ਸਨ। ਬਕਾਲੇ ਤੋਂ ਹੀ ਗੁਰੂ ਭਾਵ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਇਲਾਕੇ ਅਸਾਮ, ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਧਰਮ ਪ੍ਰਚਾਰ ਲਈ ਗਏ। ਮੈਂ ਇੱਥੇ ਇੱਕ ਗੱਲ ਇਹ ਸਾਂਝੀ ਕਰਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਉਹਨਾਂ ਸਥਾਨਾਂ ਤੇ ਗਏ, ਜਿਵੇਂ ਨਾਨਕ ਮਤੇ ਗਏ, ਹੋਰ ਜਗ੍ਹਾ ਤੇ ਗਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਸਨ। ਲੇਕਿਨ ਉਸ ਤੋਂ ਬਾਅਦ ਲੰਮਾ ਸਫ਼ਰ ਪ੍ਰਚਾਰ ਜਿਹੜਾ ਹੈ ਪੂਰਾ ਵਾਲੇ ਪਾਸੇ ਤੱਕ ਸਾਰੇ ਯੂਪੀ ਦਾ ਇਲਾਕਾ, ਹਰਿਆਣੇ ਦਾ ਇਲਾਕਾ, ਪੰਜਾਬ ਦਾ ਇਲਾਕਾ, ਇੱਥੋਂ ਸਾਰੇ ਇਲਾਕਿਆਂ ਤੋਂ ਹੁੰਦੇ ਹੋਏ ਆਪ ਜੀ ਜਿਹੜੇ ਹੈ ਅਸਾਮ, ਬੰਗਾਲ ਔਰ ਬਿਹਾਰ ਦੇ ਵਿੱਚ ਆਪ ਜੀ ਨੇ ਲੰਮਾ ਜਿਹੜਾ ਹੈ ਉਹ ਪ੍ਰਚਾਰ ਦਾ ਦੌਰਾ ਕੀਤਾ। ਅਤੇ ਬਕਾਲੇ ਰਹਿਣ ਦੌਰਾਨ ਵੀ ਆਪ ਜੀ ਸਿਰਫ ਉੱਥੇ ਰਹਿੰਦੇ ਨਹੀਂ ਸਨ, ਜਿਵੇਂ ਦੂਜੇ ਰਖਾਰੀਆਂ ਨੇ ਲਿਖਿਆ ਹੈ ਕਿ ਉੱਥੇ ਤਪ ਕਰਦੇ ਸਨ। ਗੁਰੂ ਸਾਹਿਬ ਜੀ ਭੋਰੇ ਅੰਦਰ ਨਹੀਂ ਸਨ ਬੈਠਦੇ, ਉਹ ਤੇ ਨੇੜੇ ਦੇ ਮਾਝੇ ਦੇ ਇਲਾਕੇ ਦੇ ਅੰਦਰ ਵੀ ਗੁਰਮਤਿ ਪ੍ਰਚਾਰ ਕਰਦੇ ਸਨ ਔਰ ਆਪਣੇ ਗੁਰਬਾਣੀ ਕਥਾ ਕੀਰਤਨ ਦੇ ਦੀਵਾਨ ਵੀ ਲਿਆਉਂਦੇ ਸਨ। ਤੋ ਇਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਦਾ ਬਕਾਲੇ ਰਹਿਣ ਦਾ ਸਮਾਂ ਕੇਵਲ 12 ਕੁ ਸਾਲ ਦਾ ਸੀ, ਜੋ ਵੀ ਉੱਥੇ ਧਰਮ ਪ੍ਰਚਾਰ ਲਈ ਵਰਤਿਆ ਗਿਆ। ਆਪ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਤਪ ਨਹੀਂ ਕੀਤਾ, ਭੋਰੇ 'ਚ ਵੜ ਗਏ, ਸਗੋਂ ਬਾਹਰ ਨਿਕਲ ਕੇ ਜੋ ਉਪਦੇਸ਼ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤੇ ਸਨ, ਉਹਨਾਂ ਦਾ ਹੀ ਪ੍ਰਚਾਰ ਅੱਗੇ ਗੁਰਬਾਣੀ ਕਥਾ ਔਰ ਕੀਰਤਨ ਰਾਹੀਂ ਔਰ ਇਲਾਕੇ ਦੀ ਸੰਗਤਾਂ ਵਿੱਚ ਵਿਚਰ ਕੇ ਉਹ ਕਰਦੇ ਸਨ। ਦੂਸਰਾ ਸਿਧਾਂਤਕ ਪੱਖ ਹੈ ਕਿ ਭੋਰੇ ਵਿੱਚ ਤਪ ਕਰਨ ਵਾਲੀ ਕਹਾਣੀ ਇੱਕ ਅਨੁਮਤੀ ਸਿਧਾਂਤ ਤਪ ਨੂੰ ਗੁਰਬਾਣੀ ਮੂਲੋਂ ਹੀ ਨਕਾਰਦੀ ਹੈ ਕਿ ਕਿਸੇ ਗੁਰੂ ਸਾਹਿਬਾਨ ਨੇ ਕੋਈ ਤਪ ਨਹੀਂ ਕੀਤਾ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇਹ ਤਪ ਜੋੜਿਆ ਗਿਆ ਹੈ, ਉੱਥੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਹੇਮਕੁੰਟ ਸਾਹਿਬ ਦੇ ਉੱਪਰ ਤਪ ਕਰਨ ਦੀ ਗੱਲ ਕੀਤੀ ਹੈ ਕਿ ਉੱਥੇ ਤਹਿ ਅਦਕ ਤਪੱਸਿਆ ਸਾਧੀ, हेमकुंड पर्वत है जहाँ सप्त श्रृंग सो वध तहाँ, सब श्रृंग तै नाम कहावा, पंड राजियां जो कमावा, तै हम अदक तपस्या साधी, महाकाल काल का राधी। ਉੱਥੇ ਵੀ ਉਹਨਾਂ ਦੇ ਨਾਲ ਬਚਿੱਤਰ ਨਾਟਕ ਦੇ ਲੇਖਕ ਨੇ ਇਹੋ ਜਿਹੀ ਗੱਲ ਜੋੜ ਦਿੱਤੀ ਜਿਵੇਂ ਕਿ ਅਨਮਤੀ ਵਿਚਾਰ ਵਾਲਿਆਂ ਨੇ ਗੁਰਬਾਣੀ ਨੂੰ ਮਿਲਗੋਬਾ ਕਰਨ ਦੇ ਔਰ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਵਿਗਾੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਭੋਰੇ ਵਿੱਚ ਤਪ ਕਰਨ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਹੀ ਦਸਮ ਪਾਤਸ਼ਾਹ ਜੀ ਦੇ ਜੀਵਨ ਨਾਲ ਵੀ ਐਸਾ ਕੀਤਾ ਗਿਆ। ਔਰ ਹੁਣ ਵੀ
ਭਾਈ ਮਣੀ ਸਿੰਘ ਜੀ ਦੇ ਜੀਵਨ ਦੇ ਨਾਲ ਵੀ ਐਸੀਆਂ ਚੀਜ਼ਾਂ ਜੁੜੀਆਂ ਜਾ ਰਹੀਆਂ ਹਨ। ਦੁਪਹਿਰੇ ਆਦਿ ਜਿਹੜੇ ਹਨ ਉਹ ਵੀ ਭਾਈ ਮਣੀ ਸਿੰਘ ਜੀ ਦੇ ਨਾਲ ਜੋੜ ਕੇ ਉਹ ਆਪਣੇ ਨਵੇਂ ਜਿਹੜੇ ਡੇਰੇ ਹਨ ਉਹਨਾਂ ਨੂੰ ਪ੍ਰਫੁੱਲਤ ਕਰ ਰਿਹਾ। ਤੇ ਭੋਰੇ ਵਿੱਚ ਤਪ ਕਰਨ ਵਾਲੀ ਕਹਾਣੀ ਵਿੱਚ ਅਨਮਤੀ ਸਿਧਾਂਤ ਤਪ ਨੂੰ ਗੁਰਬਾਣੀ ਮੂਲੋਂ ਨਕਾਰਦੀ ਹੈ ਅਤੇ ਇਸ ਨੂੰ ਗੁਰੂ ਸਾਹਿਬਾਨ ਨਾਲ ਜੋੜਨਾ ਕੇਵਲ ਬ੍ਰਾਹਮਣੀ ਰੁਚੀਆਂ ਵਾਲੇ ਲਿਖਾਰੀਆਂ ਦਾ ਹੀ ਕੰਮ ਹੈ। ਗੁਰਬਾਣੀ ਇਹ ਸਪਸ਼ਟ ਕੀਤਾ ਹੈ ਗੁਰਬਾਣੀ ਵਿੱਚ ਕਿ ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਹਰ ਬਹੁ ਲੋਕ ਸਿਆਣੇ। ਬਿਆਗੜਾ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਸ਼ਬਦ ਹੈ ਕਿ ਉਹ ਆਪ ਹੀ ਤਪਾਂ ਦੇ ਵਿਰੁੱਧ ਗੱਲ ਕਰ ਰਹੇ ਹਨ ਕਿ ਉਹ ਜੋਗੀ ਔਰ ਜਤੀ ਜਿਹੜੇ ਹਨ ਇਹ ਤਪ ਕਰ ਕਰਕੇ ਖੁਆਰ ਹੋ ਕੇ ਹਾਰ ਗਏ ਹਨ। ਔਰ ਇਸ ਕਰਕੇ ਤਪਾਂ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੋੜਨੀ ਤੇ ਤਰਕ ਸੰਗਤ ਨਹੀਂ ਲੱਗਦੀ ਹੈ, ਭਾਵ ਇਹ ਇੱਕ ਟੁੱਚਰ ਹੈ। ਪੰਜਵੇਂ ਪਾਤਸ਼ਾਹ ਸਾਨੂੰ ਇਸ ਬਾਰੇ ਹੋਰ ਸਮਝਾਉਂਦੇ ਹਨ ਕਿ ਜਾਪ ਤਾਪ ਭ੍ਰਮਣ ਬਸੁਦਾ ਕਰ, ਕਿ ਜਾਪ ਕਰਕੇ ਤਾਪ ਕਰਕੇ ਔਰ ਜ਼ਮੀਨ ਦੇ ਯਾਤਰਾਵਾਂ ਕਰਕੇ ਉਰਦ ਤਪ ਲੈ ਗਏ ਹਨ। ਉਲਟੇ ਲਟਕ ਕੇ ਤਪ ਕਰਨਾ ਔਰ ਦਸਮ ਦੁਆਰ ਤੇ ਆਪਣੀ ਸੁਰਤ ਨੂੰ ਚੜਾਣਾ, ਇਹ ਬਿਦ ਨਹਿ ਪਤਿਆਣੇ ਠਾਕੁਰ, ਕਿ ਇਸ ਤਰੀਕੇ ਨਾਲ ਇਹ ਬਿਦ ਨਹਿ ਪਤਿਆਣੋ ਠਾਕੁਰ, ਕਿ ਇਹਨਾਂ ਤਰੀਕਿਆਂ ਦੇ ਨਾਲ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਜੋਗ ਜੁਗਤ ਕਰ ਜੈਨ, ਕਿ ਜਿਹੜੀ ਯੋਗ ਦੀਆਂ ਜੁਗਤੀਆਂ ਹਨ, ਸਾਧਨ ਹਨ, ਉਹਨਾਂ ਨੂੰ ਔਰ ਜੈਨੀਆਂ ਦੀਆਂ ਜਿਹੜੀਆਂ ਜੁਗਤੀਆਂ ਹਨ ਉਹਨਾਂ ਸਾਰਿਆਂ ਨੂੰ ਕਰਕੇ ਦੇਖ ਲਓ, ਘੋਖ ਲਓ ਕਿ ਇਹਨਾਂ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਸਪਸ਼ਟ ਕਰ ਰਹੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ, ਭਾਵ ਇਹ ਵਿਅਰਥ ਕੰਮ ਹਨ। ਨੌਵੇਂ ਪਾਤਸ਼ਾਹ ਫਿਰ ਫਰਮਾਉਂਦੇ ਹਨ 684 ਅੰਗ ਦੇ ਉੱਪਰ, ਕਾਹੇ ਰੇ ਬਨ ਖੋਜਣ ਜਾਈ। ਦੇਖੋ ਕਿੰਨੀ ਸਪਸ਼ਟ ਗੱਲ ਹੈ। ਉਹਨਾਂ ਨੇ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਗੱਲ ਸਭ ਸਾਨੂੰ ਸੁਣਾਈ ਦਿੱਤੀ ਕਿ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਕਿ ਤੇਰੇ ਨਾਲ ਇਹ ਪਰਮਾਤਮਾ ਬਿਲਕੁਲ ਸਮਾਇਆ ਹੋਇਆ। ਕਿਵੇਂ? ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ, ਜਿਵੇਂ ਲੱਕੜ ਦੇ ਵਿੱਚ ਅੱਗ ਸਮਾਈ ਹੈ, ਤੇ ਇਸ ਤਰੀਕੇ ਨਾਲ ਹੀ ਕਿਉਂ ਤੇਰੇ ਅੰਦਰ ਹੀ ਸਮਾਇਆ ਹੈ। ਬਾਹਰ ਭੀਤਰ ਏਕੋ ਜਾਨੋ, यह गुर ज्ञान बताई, जन नानक बिन आपा चीने, मिटे ना भरम की काई, कि यह भरम भुलेखा नहीं खत्म होएगा। इसलिए परमात्मा नूं मिलण वास्ते जंगल दे विच दिया बाणा दे विच टक्करां मारनियां, तप करने, जाप करने अलग अलग तरीकिਆਂ ਦੇ, होर तीरथ यात्रावां करनियां, योग दी साधन करने, ये सारियां चीज़ां जिहड़ियां हन ਉਹਦਾ ਗੁਰਸਿੱਖੀ ਦੇ ਨਾਲ ਕੋਈ ਜੋੜ ਨਹੀਂ ਹੈ। ਸੋ ਜਿਸ ਤਪ ਨੂੰ ਗੁਰਬਾਣੀ ਵਿੱਚ ਇੱਕ ਪਖੰਡ ਆਖਿਆ ਹੈ, ਉਸ ਤਪ ਨੂੰ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੋੜਨਾ ਲਿਖਾਰੀਆਂ ਦੀ ਗੁਰਬਾਣੀ, ਗੁਰ ਸਿਧਾਂਤਾਂ ਔਰ ਗੁਰ ਇਤਿਹਾਸ ਸੰਬੰਧੀ ਨਾ ਸਮਝੀ ਹੀ ਆਖਿਆ ਜਾ ਸਕਦਾ ਹੈ ਅਤੇ ਗੁਰੂ ਇਤਿਹਾਸ ਵਿੱਚ ਇਸ ਰਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਨਾ ਹੀ ਕਰਨਾ ਹੈ। ਤੋ ਇੱਥੋਂ ਇਹ ਗੱਲ ਸਪਸ਼ਟ ਹੋ ਗਈ ਕਿ ਸਿੱਖ ਸਿਧਾਂਤਾਂ ਦੇ ਵਿੱਚ ਤਪਾਂ ਦਾ ਕੋਈ ਸਥਾਨ ਨਹੀਂ ਹੈ। ਕੋਈ ਜਿਹੜੇ ਯੋਗ ਮਤ ਦੇ ਸਾਧਨ ਹਨ ਉਹਨਾਂ ਦਾ ਕੋਈ ਸਥਾਨ ਨਹੀਂ ਹੈ। ਜੈਨੀਆਂ ਦੇ ਜਿਹੜੇ ਸਾਧਨ ਹਨ ਉਹਨਾਂ ਦਾ ਕੋਈ ਸਥਾਨ ਨਹੀਂ ਹੈ। ਤੋ ਇਸ ਦਾ ਗੁਰਬਾਣੀ ਵਿੱਚ ਹੀ ਖੰਡਨ ਹੈ, ਗੁਰੂ ਸਾਹਿਬ ਨੇ ਵੀ ਖੰਡਨ ਕੀਤਾ ਹੈ। ਤੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇਹ ਤਪਾਂ ਵਾਲੀ ਗੱਲ ਜੋੜਨੀ, ਭੋਰਿਆਂ ਵਿੱਚ ਬੈਠ ਕੇ ਤਪ ਕਰਨ ਦੀ ਗੱਲ ਜਿਹੜੀ ਹੈ ਉਹ ਮੂਲੋਂ ਹੀ ਨਿਰਮੂਲ ਜਾਪਦੀ ਹੈ। ਤੋ ਇਸ ਕਰਕੇ ਇਹ ਵੀ ਗੱਲ ਜਿਹੜੀ ਹੈ ਉਹ ਪ੍ਰਵਾਨ ਨਹੀਂ ਹੈ। ਆਹ ਹੁਣ ਅਸੀਂ ਅਗਲੀ ਗੱਲ ਕਰਦੇ ਹਾਂ ਕਿ ਅਗਲੇ ਸਵਾਲ ਦੇ ਬਾਰੇ। ਇਹ ਅਸੀਂ ਦੇਖਦੇ ਹਾਂ ਵੀ ਸਾਨੂੰ ਆਮ ਤੌਰ ਤੇ ਜਿਹੜੀ ਇੱਕ ਪੁਸਤਕ ਮਿਲਦੀ ਹੈ ਜਿਸ ਨੂੰ ਅਸੀਂ ਜੇਲ੍ਹ ਚਿੱਠੀਆਂ ਕਹਿੰਦੇ ਹਾਂ। ਤੋ ਇਹ ਆਮ ਤੌਰ ਤੇ ਜੇਲ੍ਹ ਚਿੱਠੀਆਂ, ਕਦੀ ਕੋਈ ਕਹਿੰਦਾ ਹੈ ਕਿ ਇਹ ਭਗਤ ਸਿੰਘ ਦੀਆਂ ਲਿਖੀਆਂ ਹੋਈਆਂ ਹਨ, ਕਦੀ ਕੋਈ ਕਹਿੰਦਾ ਹੈ ਕਿ ਇਹ ਕਿਸੇ ਨੇ ਜੇਲ੍ਹ ਦੇ ਵਿੱਚੋਂ ਚਿੱਠੀਆਂ ਲਿਖੀਆਂ ਹੋਈਆਂ ਹਨ। ਕਿਸ ਨੇ ਲਿਖੀਆਂ ਹਨ? ਕਈਆਂ ਨੇ ਜੇਲ੍ਹਾਂ ਕੱਟੀਆਂ ਹਨ। ਤੋ ਇਸ ਦਾ ਵੀ ਜਵਾਬ ਜਿਹੜਾ ਸਰੂਪ ਸਿੰਘ ਜੀ ਨੇ ਕੁਰੂਖੇਤਰ ਤੋਂ ਇਹ ਸਵਾਲ ਪੁੱਛ ਕੇ ਮੰਗਿਆ। ਤਾਂ ਆਓ ਇਸ ਬਾਰੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੀ ਕਰਦੇ ਹਾਂ ਕਿ ਇਹ ਪੁਸਤਕ ਮੌਜੂਦਾ ਧਾਰਮਿਕ ਸੰਸਥਾ ਅਖੰਡ ਕੀਰਤਨੀ ਜਥੇ ਦੇ ਮੋਢੀ ਭਾਈ ਰਣਧੀਰ ਸਿੰਘ ਜੀ ਦੀ ਲਿਖਤ ਹੈ ਤੇ ਜੇਲ੍ਹ ਚਿੱਠੀਆਂ
ਜਿਹੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜੋ ਅਖੰਡ ਕੀਰਤਨੀ ਜਥੇ ਦੇ ਮੋਢੀ ਸਨ, ਸੰਸਥਾਪਕ ਸਨ, ਉਹਨਾਂ ਵੱਲੋਂ ਇਹ ਲਿਖੀ ਗਈ ਹੈ। ਔਰ ਇਹ ਸ਼ਾਇਦ ਸਾਡੇ ਤੋਂ ਬਹੁਤ ਘੱਟ ਬੰਦੇ ਜਾਣਦੇ ਹਨ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਇੱਕ ਫਰੀडम फाइटर ਸੀਗੇ। ਉਹਨਾਂ ਨੇ ਬਹੁਤ ਹੀ ਜਿਹੜੀ ਹੈ ਉਹ ਲੰਬੇ ਸਮੇਂ ਤੱਕ ਜੇਲ੍ਹ ਵੀ ਕੱਟੀ ਹੈ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਅੰਦਰ। ਔਰ ਉਹਨਾਂ ਦੀ ਇੱਕ ਗੱਲ ਮੈਂ ਚਿੱਠੀ ਦੇ ਵਿੱਚੋਂ ਹੀ ਮੈਂ ਸਰਵਣ ਕੀਤੀ ਸੀਗੀ ਕਿ ਉਹਨਾਂ ਨੇ ਕਿਸੇ ਨੂੰ ਬਾਹਰ ਲਿਖਿਆ ਕਿ ਜਿਹੜੇ ਮੇਰੇ ਕੁਝ ਖਰੜੇ ਹਨ ਉਹ ਮੈਨੂੰ ਭੇਜ ਦਿੱਤੇ ਜਾਣ, ਕਿਉਂਕਿ ਇਹ ਜੇਲ੍ਹ ਵੀ ਸਨ ਤਾਂ ਜਿਹੜੇ ਅੰਗਰੇਜ਼ ਸਨ ਉਹਨਾਂ ਨੂੰ ਇਹ ਖਰੜਿਆਂ ਦਾ ਮਤਲਬ ਨਹੀਂ ਸਮਝ ਆਇਆ। ਹੁਣ ਵੀ ਸਾਡੇ ਨੂੰ ਕਈਆਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਹ ਹਾਲੇ ਵੀ ਰਹਿਤ ਮਰਿਆਦਾ ਨੂੰ ਖਰੜਾ ਹੀ ਸਮਝਦੇ ਹਨ। ਤਾਂ ਖਰੜਾ ਦਾ ਮਤਲਬ ਹੁੰਦਾ ਜੋ ਹੱਥ ਨਾਲ ਸਕ੍ਰਿਬਲ ਕੀਤੀ ਹੋਈ ਕੋਈ ਜਿਹੜੀ ਡਾਕੂਮੈਂਟ ਹੈਗਾ ਜਿਹਨੂੰ ਅਸੀਂ ਡਰਾਫਟ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜੀ ਉਹਨੂੰ ਡਰਾਫਟਿੰਗ ਕੀਤੀ ਹੋਈ ਸੀਗੀ ਕਿਸੇ ਸਬਜੈਕਟ ਦੇ ਉੱਤੇ, ਉਹਨਾਂ ਨੇ ਉਹ ਮੰਗਵਾਈ ਕਿ ਮੈਨੂੰ ਉਹ ਜੇਲ੍ਹ ਵਿੱਚ ਭੇਜ ਦਿੱਤੀ ਜਾਏ। ਤੇ ਉਹ ਕਿਉਂਕਿ ਇਹ ਜੇਲ੍ਹ ਚਿੱਠੀਆਂ ਦੀ ਪੁਸਤਕ ਲਿਖ ਰਹੇ ਸਨ ਤੇ ਅੰਗਰੇਜ਼ ਨੇ ਬਿਲਕੁਲ ਉਹਦੇ ਤੇ ਚੌਕਸੀ ਵਰਤੀ ਤੇ ਆਪਣੀ ਇੰਟੈਲੀਜੈਂਸ ਤੋਂ ਪਤਾ ਕਰਾਇਆ ਕਿ ਇਹ ਜੇਲ੍ਹ ਚਿੱਠੀ ਕਿਹੜਾ ਕੋਈ ਹਥਿਆਰ ਹੈ ਜਿਸ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜੇਲ੍ਹ ਦੇ ਅੰਦਰ ਜਿਹੜੇ ਹਨ ਉਹ ਮੰਗਾ ਰਹੇ ਹਨ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਲ 1915 ਤੋਂ 1930 ਆਪ 16 ਸਾਲ ਭਾਈ ਸਾਹਿਬ ਨੇ ਵੱਖ-ਵੱਖ ਅੰਗਰੇਜ਼ਾਂ ਦੀਆਂ ਜੇਲ੍ਹਾਂ ਵਿੱਚ ਬਿਤਾਏ। ਅਤੇ ਪੁਸਤਕ ਜੇਲ੍ਹ ਚਿੱਠੀਆਂ ਵੀ ਉਸ ਸਮੇਂ ਦੇ ਹਾਲਾਤ ਦੱਸਦੀ ਹੈ। ਭਾਈ ਸਾਹਿਬ ਨੇ ਇਹਨਾਂ ਚਿੱਠੀਆਂ ਦੇ ਅੰਦਰ ਆਪਣੇ ਜਿਹੜੇ ਫਰੀडम फाइटर ਦੇ ਜਿਹੜੇ ਉਹਨਾਂ ਦੇ ਵਿਚਾਰ ਸਨ, ਭਾਰਤ ਦੀ ਆਜ਼ਾਦੀ ਵਾਸਤੇ ਜਿਹੜੇ ਵਿਚਾਰ ਸਨ ਉਹ ਸਾਂਝੇ ਕੀਤੇ ਹਨ। ਆਪਣੇ ਜੀਵਨ ਦੇ ਵੀ ਵਰਤਾਨ ਜਿਹੜੇ ਹਨ ਉਹ ਇਸ ਦੇ ਵਿੱਚ ਲਿਖੇ ਹਨ। ਔਰ ਇਹ ਪੁਸਤਕ ਵਧੇਰੇ ਤੌਰ ਤੇ ਜ਼ਿੰਦਗੀ ਬਾਰੇ, ਨਿੱਜੀ ਜ਼ਿੰਦਗੀ ਬਾਰੇ ਹੈ, ਪਰੰਤੂ ਇਤਿਹਾਸਕ ਪੱਖੋਂ ਇੱਕ ਕੀਮਤੀ ਇਤਿਹਾਸਕ ਡਾਕੂਮੈਂਟ ਹੈ। ਇਸ ਪੁਸਤਕ ਵਿੱਚ ਹੀ ਸਾਨੂੰ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਜੇਲ੍ਹ ਦੇ ਅੰਦਰ ਵੀ ਮੁਲਾਕਾਤ ਕੀਤੀ ਤੇ ਉਸ ਵੇਲੇ ਭਗਤ ਸਿੰਘ ਜਿਹੜਾ ਹੈ ਉਹ ਉਹਨਾਂ ਦੀ ਪ੍ਰੇਰਣਾ ਸਦਕਾ ਉਹਦੇ ਪੂਰੇ ਕੇਸ ਸਨ, ਪੂਰੀ ਦਾੜੀ ਸੀ ਤੇ ਉਹ ਸਿੱਖੀ ਸਰੂਪ ਵਿੱਚ ਸੀਗਾ। ਲੇਕਿਨ ਮੌਜੂਦਾ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਹੈਟ ਵਾਲਾ ਪਾ ਕੇ ਜਦੋਂ ਉਹ escape ਕੀਤੇ ਸਨ ਉਦੋਂ ਦੀ ਗੱਲ ਨੂੰ ਲੈ ਕਰਕੇ ਉਹਨੂੰ ਇੱਕ ਨਾਨ ਸਿੱਖ ਦੇ ਰੂਪ ਦੇ ਅੰਦਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਇਹ ਭਾਈ ਸਾਹਿਬ ਦੀ ਜਿਹੜੀ ਜੇਲ੍ਹ ਚਿੱਠੀਆਂ ਹਨ ਇਹਨਾਂ ਵਿੱਚੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਸਿੰਘ ਜੀ ਅੰਤਮ ਸਮੇਂ ਅੰਦਰ ਜਦੋਂ ਵੀ ਅਖੀਰਲਾ ਸਮਾਂ ਸੀ ਉਹਨਾਂ ਦਾ ਜੇਲ੍ਹ ਵਿੱਚ, ਔਰ ਜਦੋਂ ਫਾਂਸੀ ਦੇ ਫੰਦੇ ਦੇ ਉੱਪਰ ਚੜੇ ਆਪਣੇ 3 ਸਾਥੀਆਂ ਨਾਲ, ਰਾਜਗੁਰੂ ਤੇ ਸੁਖਦੇਵ ਨਾਲ, ਉਦੋਂ ਉਹ ਭਗਤ ਸਿੰਘ ਜੀ ਪੂਰਨ ਸਿੱਖੀ ਸਰੂਪ ਦੇ ਵਿੱਚ ਸਨ। ਤੋ ਇਹੋ ਜਿਹੇ ਵਿਚਾਰ ਜਿਹੜੇ ਹਨ ਸਾਨੂੰ ਬਿਲਕੁਲ ਇਤਿਹਾਸ ਦੇ ਨਾਲ ਸਾਨੂੰ ਜੋੜੀ ਰੱਖਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਸੱਚਾਈ ਕੀ ਹੈ ਤੇ ਸੱਚਾਈ ਦੇ ਨਾਲ ਅਸੀਂ ਜੁੜ ਸਕੀਏ। ਇੱਕ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਆਨੰਦ ਕਾਰਜ ਹੋਏ ਸਨ, ਕਿਉਂਕਿ ਕੋਈ ਇੱਕ ਕਹਿੰਦਾ ਹੈ ਤੇ ਕੋਈ 2 ਤੇ ਕੋਈ 3 ਕਹਿੰਦਾ ਹੈ। ਇਹ ਸਵਾਲ ਸਰਦਾਰ ਰਵਿੰਦਰ ਸਿੰਘ ਜੀ ਨੇ ਪੁੱਛਿਆ ਹੈ। तो सरदार रविंदर सिंह जी ਨੂੰ ਜਵਾਬ ਦਿੰਦੇ ਹੋਏ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਲਾਹੌਰ ਨਿਵਾਸੀ ਸ੍ਰੀ ਰਾਮ ਸ਼ਰਨ ਜੀ ਦੀ ਸੁਪੁੱਤਰੀ ਬੀਬੀ ਸੁੰਦਰੀ ਜੀ ਨਾਲ ਹੋਇਆ ਸੀ। ਇਹ ਵਿਆਹ ਅਨੰਦਪੁਰ ਸਾਹਿਬ ਦੇ ਨੇੜੇ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ। ਕੁਝ ਇਤਿਹਾਸਕਾਰ ਇਸ ਨੂੰ ਗੁਰੂ ਸਾਹਿਬ ਦਾ ਦੂਜਾ ਵਿਆਹ ਲਿਖਦੇ ਹਨ, ਪਰੰਤੂ ਬਹੁਤ ਸਿਮਤੀ ਹੈ ਕਿ ਮਾਤਾ ਸੁੰਦਰੀ ਜੀ ਦੇ ਪੇਕਾ ਨਾਮ ਹੀ ਜੀਤੋ ਜੀ ਸੀ ਅਤੇ ਵਿਆਹ ਮਗਰੋਂ ਮਾਤਾ ਸੁੰਦਰੀ ਜੀ ਰੱਖ ਦਿੱਤਾ ਗਿਆ ਔਰ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਹੀ ਸੁੰਦਰੀ ਜੀ ਦਾ ਨਾਮ, ਮਾਤਾ ਸੁੰਦਰੀ ਦਾ ਨਾਮ ਮਾਤਾ ਸੁੰਦਰ ਕੌਰ ਪੈ ਗਿਆ। ਹਾਲੀ ਵੀ ਸਾਡੇ ਕਈ ਜਿਹੜੇ ਸੰਸਥਾਵਾਂ ਹਨ, ਜਿਵੇਂ ਕਿ ਦਿੱਲੀ ਦੇ ਅੰਦਰ ਜੋ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਹੈ, ਉਹਦੇ ਹਾਲੀ ਵੀ ਨਾਂ ਸੁੰਦਰੀ ਚੱਲਦਾ ਪਿਆ, ਜਦਕਿ ਇਹਦਾ ਨਾਮ ਮਾਤਾ ਸੁੰਦਰ ਕੌਰ ਕਾਲਜ ਫਾਰ ਵੂਮਨ ਹੋਣਾ ਚਾਹੀਦਾ ਹੈ। तो इस तरह ही फतेहगढ़ साहब के अंदर भी जी माता गुजरी जड़ा है वो कॉलेज है, ਉਹਦਾ नाम ही माता गुजर कौर कॉलेज होना चाहिए, क्योंकि ये नहीं हो सकता कि गुरु गोबिंद सिंह साहब ने सारिਆਂ ਨੂੰ ਤੇ ਅੰਮ੍ਰਿਤ ਛਕਾਇਆ ਹੋਵੇ ਤੇ ਆਪਣੇ ਪਰਿਵਾਰ ਦੇ ਆਪਣੀ ਮਾਤਾ ਨੂੰ ਅੰਮ੍ਰਿਤ ਨਾ ਛਕਾਇਆ ਹੋਵੇ ਔਰ ਆਪਣੀ ਧਰਮ ਪਤਨੀਆਂ ਨੂੰ ਅੰਮ੍ਰਿਤ ਨਾ ਛਕਾਇਆ ਹੋਵੇ। ਤੇ ਇਸ ਕਰਕੇ ਭੁਲੇਖਾ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਤੇ ਸਾਨੂੰ ਇਸ ਭੁਲੇਖੇ ਦੇ ਵਿੱਚ ਨਹੀਂ ਪੈਣਾ ਚਾਹੀਦਾ
ਤੇ ਉਹਨਾਂ ਦਾ ਵਿਆਹ ਤੇ ਮਗਰੋਂ ਨਾਮ ਮਾਤਾ ਸੁੰਦਰੀ ਜੀ ਪੈ ਗਿਆ, ਜਿਨ੍ਹਾਂ ਦਾ ਪੇਕੇ ਦਾ ਨਾਮ ਮਾਤਾ ਜੀਤੋ ਜੀ ਸੀ। ਗੁਰੂ ਸਾਹਿਬ ਦੇ ਚਾਰੇ ਪੁੱਤਰ, ਕਈ ਵਾਰੀ ਇਹ ਵੀ ਭੁਲੇਖਾ ਪਾ ਜਾਂਦਾ ਕਿ ਕੁਝ ਜਿਹੜੇ ਹਨ ਉਹ ਮਾਤਾ ਜੀਤੋ ਜੀ ਦੇ ਕੁੱਖੋਂ ਪੈਦਾ ਹੋਏ ਤੇ ਕੁਝ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਪੈਦਾ ਹੋਏ। ਲੇਕਿਨ ਇਹ ਸਪਸ਼ਟ ਕਰ ਰਹੀ ਹੈ ਕਿ ਗੁਰੂ ਸਾਹਿਬ ਦੇ ਚਾਰੇ ਪੁੱਤਰ, ਚਾਰ ਸਾਹਿਬਜ਼ਾਦੇ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਹੀ ਪੈਦਾ ਹੋਏ ਸਨ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੂਜਾ ਵਿਆਹ ਜ਼ਿਲ੍ਹਾ ਜੇਹਲਮ, ਪਾਕਿਸਤਾਨ ਦੇ ਨਗਰ ਰੋਹਤਾਸ ਨਿਵਾਸੀ ਭਾਈ ਰਾਮੂ ਜੀ ਦੀ ਲੜਕੀ ਸਾਹਿਬ ਦੇਵਾਂ ਦੇ ਨਾਲ ਹੋਇਆ। ਇਸ ਦਾ ਵੀ ਬੈਕਗਰਾਉਂਡ ਹੈ ਜੋ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹਾਂਗਾ, ਜੋ ਬਾਅਦ ਵਿੱਚ ਇਹਨਾਂ ਦਾ ਨਾਮ ਸਾਹਿਬ ਕੌਰ ਪਿਆ। ਦੇਖੋ, ਇੱਥੇ ਸਾਹਿਬ ਦੇਵਾਂ ਦਾ ਨਾਮ ਸਾਹਿਬ ਕੌਰ ਹੋ ਗਿਆ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਗੁਰੂ ਸਾਹਿਬ ਪਾਸੋਂ। ਲੇਕਿਨ ਮਾਤਾ ਗੁਜਰ ਕੌਰ ਜੀ ਦਾ ਨਾਮ ਔਰ ਮਾਤਾ ਸੁੰਦਰ ਕੌਰ ਜੀ ਦਾ ਨਾਮ ਸੁੰਦਰੀ ਔਰ ਗੁਜਰੀ ਰਹਿਣ ਦਿੱਤਾ ਗਿਆ। ਇਹ ਨਾਲ ਪਰ ਇਹ ਵਿਆਹ ਆਮ ਵਿਆਹਾਂ ਵਰਗਾ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਜੋ ਵਿਆਹ ਸੀ, ਇਹ ਆਮ ਵਿਆਹ ਵਰਗਾ ਨਹੀਂ ਸੀ, ਕਿਉਂਕਿ ਇਸ ਵਿੱਚ ਸਰੀਰਕ ਸੰਬੰਧਾਂ ਵਾਲੀ ਕੋਈ ਗੱਲ ਨਹੀਂ ਸੀ। ਇਹ ਵਿਆਹ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਦੇ ਪਿਤਾ ਜੀ ਦੀ ਇੱਛਾ ਪੂਰਤੀ ਲਈ ਕੀਤਾ ਸੀ। ਗੁਰੂ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਿ ਇਹ ਸਾਰੇ ਖਾਲਸਾ ਦੀ ਮਾਤਾ ਬਣੀ ਰਹੇਗੀ, ਅਸੀਂ ਖਾਲਸਾ ਪੰਥ ਇਸ ਦੀ ਝੋਲੀ ਪਾਵਾਂਗੇ। ਉਦੋਂ ਤੋਂ ਹੀ ਅੰਮ੍ਰਿਤ ਛਕਾਉਣ ਸਮੇਂ ਅੰਮ੍ਰਿਤ ਛਕਣ ਵਾਲਿਆਂ ਨੂੰ ਇਹ ਕਿਹਾ ਜਾਂਦਾ ਹੈ, ਜਿਵੇਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹਦਾ ਵਰਣਨ ਹੈ ਕਿ ਅੱਜ ਤੋਂ ਤੁਹਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਤੋਂ ਇੱਥੋਂ ਇਹ ਗੱਲ ਸਪਸ਼ਟ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੇਵਲ ਇੱਕ ਹੀ ਆਨੰਦ ਕਾਰਜ ਸੀਗਾ, ਦੂਸਰਾ ਸਿਰਫ ਕੇਵਲ ਉਹਨਾਂ ਦੀ ਸਾਹਿਬ ਕੌਰ ਜੀ ਦੇ ਮਾਤਾ ਪਿਤਾ ਜੀ ਦੀ ਜੋ ਸ਼ਰਧਾ ਸੀ ਗੁਰੂ ਸਾਹਿਬ ਦੇ ਨਾਲ ਕਿ ਮੈਂ ਇਹਨੂੰ ਤੁਹਾਡੇ ਲੇਖੇ ਲਾਣਾ ਹੈ, ਤੇ ਉਹ ਉਹਨਾਂ ਨਾਲ ਵਿਆਹ ਕੀਤਾ ਗੁਰੂ ਸਾਹਿਬ ਜੀ ਨੇ। ਲੇਕਿਨ ਉਹਨਾਂ ਦੇ ਨਾਲ ਕੋਈ ਸਰੀਰਕ ਸੰਬੰਧ ਨਹੀਂ ਰੱਖੇ, ਤੇ ਜਿਹੜੇ ਵੀ ਖਾਲਸਾ ਸੀ ਇਸ ਨੂੰ ਹੀ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ ਗਿਆ। ਤਾਂ ਇਹ ਵਿਚਾਰ ਜਿਹੜੇ ਹਨ ਸਾਨੂੰ ਮਿਲਦੇ ਹਨ। ਇਹ ਗੱਲਾਂ ਸਾਡੇ ਸਮਝ ਵਿੱਚ ਆਉਂਦੀਆਂ ਹਨ। ਇੱਕ ਸਵਾਲ ਹੋਰ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਲਈਏ, ਉਹ ਗੁਰਬਾਣੀ ਨਾਲ ਸੰਬੰਧਿਤ ਹੈ ਕਿ ਇਹ ਦੇਖੋ, ਜਿਸ ਵੇਲੇ ਅਸੀਂ ਗੁਰਬਾਣੀ ਦੀ ਕਥਾ ਕਰਦੇ ਹਾਂ ਤਾਂ ਉਹਦੇ ਵਿੱਚ ਸੱਧ ਬਾਣੀ ਦਾ ਜਿਸ ਵੇਲੇ ਕੋਈ ਪੁਰਾਣੀ ਚਲਾਣਾ ਕਰ ਜਾਂਦਾ ਹੈ ਤੇ ਉਸ ਤੋਂ ਬਾਅਦ ਸੱਧ ਬਾਣੀ ਦਾ ਪਾਠ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਤੋ ਇਹ ਸੱਧ ਬਾਣੀ ਦੇ ਵਿੱਚ ਜੋ ਉਪਦੇਸ਼ ਹਨ ਉਹ ਗੁਰੂ ਅਮਰਦਾਸ ਜੀ ਦੇ ਜਿਹੜੇ ਸਮੇਂ ਦੇ ਵਿਚਾਰ ਹਨ ਕਿ ਉਹਨਾਂ ਨੇ ਕੀ ਉਪਦੇਸ਼ ਕੀਤਾ ਹੈ ਕਿ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੋ ਨਿਰਵਾਣ ਜਿਓ, ਪਿੰਡ ਬਤਲ ਕਿਰਿਆ ਫੁੱਲ ਹਰਸਰ, ਪਿੰਡ ਬਤਲ ਕਿਰਿਆ ਫੁੱਲ ਹਰਸਰ ਪਾਵੇ, ਮਤ ਮੈਂ ਪਿੱਛੇ ਗੁਰੂ ਹੋਸੀ ਸੋ ਮੈਂ ਬੋਲ ਨਾ ਪਾਇਆ। ਤੋ ਕੇਸੋ ਗੋਪਾਲ ਪੰਡਤ ਸਦੀਨ ਹਰ ਹਰ ਕਥਾ ਪੜ੍ਹੇ ਪੁਰਾਣ ਜਿਓ। ਤੋ ਇਹ ਜਿਹੜੀ ਗੱਲ ਹੈ, ਸਵਾਲ ਕਰਤਾ ਸਰਦਾਰ ਬਲਬੀਰ ਸਿੰਘ ਜੀ ਨੇ ਹੁਸ਼ਿਆਰਪੁਰ ਤੋਂ ਇਹ ਪੁੱਛਿਆ ਹੈ ਕਿ ਰਾਮਕਲੀ ਸੱਧ ਵਿੱਚ ਸੱਧ ਸ਼ਬਦ ਤੋਂ ਕੀ ਭਾਵ ਹੈ ਅਤੇ ਇਸ ਬਾਣੀ ਵਿੱਚ ਕਿਸ ਬਾਰੇ ਉਪਦੇਸ਼ ਕੀਤਾ ਗਿਆ ਹੈ। ਤੋ ਇਹ ਕਿਸ ਦੀ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇਹਦੇ ਲਿਖਣ ਵਾਲੇ ਕੌਣ ਹਨ। ਤੋ ਸਰਦਾਰ ਬਲਬੀਰ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੇ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923 ਉੱਪਰ, ਸਾਧ ਸੰਗਤ ਜੀ ਨੋਟ ਕਰ ਲਓ ਜਿਹਨਾਂ ਨੋਟ ਕਰਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923 ਉੱਪਰ ਰਾਮਕਲੀ ਰਾਗ ਵਿੱਚ ਸੱਧ ਲੇਖ ਹੇਠ ਬਾਣੀ ਦਰਜ ਹੈ। ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਨ ਸਮੇਂ ਉਚੇਚੇ ਤੌਰ ਤੇ ਸੰਬੰਧੀਆਂ ਅਤੇ ਸੰਗਤ ਨੂੰ ਇਕੱਤਰ ਕਰਕੇ ਜੋ ਉਪਦੇਸ਼ ਦਿੱਤਾ ਉਸ ਨੂੰ ਆਪ ਜੀ ਦੇ ਪੜਪੋਤੇ ਸੁੰਦਰ ਜੀ ਨੇ ਲਿਖਤੀ ਰੂਪ ਦੇ ਦਿੱਤਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਇਸ ਨੂੰ ਆਦਿ ਬੀੜ ਦੇ ਵਿੱਚ ਸੱਧ ਬਾਣੀ ਨੂੰ ਆਦਿ ਬੀੜ ਵਿੱਚ ਦਰਜ ਕਰ ਦਿੱਤਾ। ਤੋ ਹੁਣ ਸਵਾਲ ਹੈ ਕਿ ਸੱਧ ਜਿਹੜਾ ਹੈ ਇਹ ਲਫ਼ਜ਼ ਦਾ ਕੀ ਅਰਥ ਹੈ। ਤੋ ਸੱਧ ਲਫ਼ਜ਼ ਪੰਜਾਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਆਵਾਜ਼, ਸਦਾ। ਇਹ ਸੰਸਕ੍ਰਿਤ ਦੇ ਲਫ਼ਜ਼
ਸ਼ਬਦ ਦਾ ਪ੍ਰਾਕ੍ਰਿਤਿਕ ਰੂਪ ਹੈ ਅਤੇ ਪੰਜਾਬੀ ਵਿੱਚ ਵੀ ਸੱਧ ਕਰਕੇ ਹੀ ਉਚਾਰਿਆ ਜਾਂਦਾ ਹੈ। ਰਾਮਕਲੀ ਸੱਧ ਵਿੱਚ ਇਸ ਸ਼ਬਦ ਤੋਂ ਭਾਵ ਹੈ ਕਿ ਰਾਮਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਜਿਹਨੂੰ ਜੋ ਸਦਾ ਆਇਆ ਸੀ ਅਕਾਲ ਪੁਰਖ ਵੱਲੋਂ, ਉਸ ਦੇ ਬਾਰੇ ਵਰਣਨ ਹੈ ਜੋ ਉਹਨਾਂ ਦੇ ਪੜਪੋਤਰੇ ਜਿਹੜੇ ਹਨ ਉਹ ਬਾਬਾ ਸੁੰਦਰ ਜੀ ਨੇ ਅੰਕਿਤ ਕੀਤੇ ਹਨ ਤੇ ਉਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਬੀੜ ਦੇ ਵੀ ਸੰਪਾਦਨਾ ਵੇਲੇ ਸ਼ਾਮਿਲ ਕੀਤਾ। ਤੋ ਇਸ ਬਾਣੀ ਵਿੱਚ ਭਲੀ ਭਾਂਤ ਸਪਸ਼ਟ ਕੀਤਾ ਗਿਆ ਹੈ ਕਿ ਗੁਰਸਿੱਖਾਂ ਨੇ ਪ੍ਰਾਣੀ ਦੇ ਅਕਾਲ ਚਲਾਣੇ ਉਪਰੰਤ ਗੁਰਸਿੱਖ ਕਿਸ ਤਰੀਕੇ ਨਾਲ ਪ੍ਰਭੂ ਦੀ ਰਜਾ ਜਾਣ ਕੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਰੋਣਾ ਕੁਰਲਾਣਾ ਜਾਂ ਵਿਰਲਾਪ ਨਹੀਂ ਕਰਨਾ, ਕਿਸੇ ਵੀ ਕਿਸਮ ਦੇ ਕਰਮ ਕਾਂਡ ਨਹੀਂ ਕਰਨੇ, ਨਾ ਪਿੰਡ ਭਰਵਾਣੇ ਹਨ, ਨਾ ਕਿ ਪਤਲਾ ਜਿਹੜੇ ਸਰਾਧ ਕਰਨੇ ਹਨ। ਤੋ ਇਹ ਚੀਜ਼ਾਂ ਨੂੰ ਨਾ ਰੋਣਾ ਹੈ, ਨਾ ਸਿਆਪਾ ਕਰਨਾ ਹੈ, ਨਾ ਪਿੱਟਣਾ ਕਰਨਾ ਹੈ। ਔਰ ਇਹ ਗੱਲ ਜ਼ਰੂਰ ਕਹੀ ਗਈ ਕਿ ਜਿਹੜੇ ਗੁਰਬਾਣੀ ਦੇ ਜਿਹੜੇ ਹਨ ਪੰਡਿਤ ਹਨ, ਵਿਦਵਾਨ ਹਨ, ਜਿਹੜੇ ਗੁਰਸਿੱਖ ਹਨ, ਉਹਨਾਂ ਨੂੰ ਸੱਦ ਕਰਕੇ ਗੁਰਬਾਣੀ ਰੂਪ ਜਿਹੜਾ ਪੁਰਾਣ ਹੈ ਉਸ ਦਾ ਪਾਠ ਕਰਨਾ ਚਾਹੀਦਾ ਹੈ, ਭਾਵ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਫਰਮਾਨ ਹਨ। ਤੋ ਕਿਸੇ ਕਿਸਮ ਦੇ ਕਰਮ ਕਾਂਡ ਹੋਰ ਨਹੀਂ ਕਰਨੇ ਹਨ, ਜਿਵੇਂ ਕਿ ਬੁੱਢਾ ਕਰਨਾ, ਸਿਆਪਾ ਕਰਨਾ, ਪ੍ਰਾਣੀ ਨੂੰ ਭੁੰਜੇ ਲਾ ਦੇਣਾ, ਮੰਜੀ ਤੋਂ ਥੱਲੇ ਲਾ ਦੇਣਾ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਉਸ ਦਾ ਖੰਡਨ ਜਿਹੜਾ ਹੈ ਗੁਰੂ ਸਾਹਿਬ ਨੇ ਕੀਤਾ। ਤੋ ਇਹ ਵਾਹਿਗੁਰੂ ਦਾ ਜਾਪ ਕਰਨਾ ਹੈ, ਬਾਣੀ ਦਾ ਪਾਠ ਕਰਨਾ ਹੈ ਅਤੇ ਗੁਰਸਿੱਖਾਂ ਨੂੰ ਸੱਦ ਕੇ ਸਤ ਸੰਗਤ ਵਿੱਚ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਹੀ ਕਰਨੀ ਹੈ। ਤੋ ਇਹ ਉਪਦੇਸ਼ ਜਿਹੜੇ ਹਨ ਉਹ ਸਤਿਗੁਰੂ ਜੀ ਨੇ ਸਾਨੂੰ ਇਸ ਰਾਮਕਲੀ ਰਾਗ ਦੇ ਵਿੱਚ ਵਰਣਿਤ ਸਤ ਬਾਣੀ ਵੀ ਦਿੱਤਾ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਦੇ ਅੰਤਮ ਵੇਲੇ ਜਿਹੜੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਿਠਾ ਕੇ ਜਿਹੜੀ ਗੱਲ ਸਮਝਾਈ ਸੀਗੀ ਕਿ ਮੇਰੇ ਚਲਾਣਾ ਕਰਨ ਤੋਂ ਬਾਅਦ ਆਪ ਜੀ ਨੇ ਕੀ ਨਹੀਂ ਕਰਨਾ ਤੇ ਕੀ ਕਰਨਾ ਹੈ। ਤੋ ਇਹ ਸਾਰੀ ਡਿਟੇਲ ਜਿਹੜੀ ਹੈ ਉਹਨਾਂ ਦੇ ਗੁਰੂ ਅਮਰਦਾਸ ਜੀ ਦੇ ਜਿਹੜੇ ਵਿਚਾਰ ਸਨ ਉਹ ਪ੍ਰੇਰਨਾਦਾਇਕ ਸਨ। ਉਹਨੂੰ ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਜਿਹੜਾ ਅੰਕਿਤ ਕੀਤਾ ਔਰ ਆਪਣੇ ਕੋਲ ਲਿਖ ਲਿਆ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਦਿੱਤਾ ਹੈ ਤੇ ਉਹਨਾਂ ਨੇ ਇਹਨੂੰ ਆਦਿ ਬੀੜ ਦੇ ਵਿੱਚ ਜਿਹੜਾ ਹੈ ਇਸ ਨੂੰ 1604 ਈਸਵੀ ਦੇ ਵਿੱਚ ਰਾਮਸਰ ਵਾਲੀ ਸਥਾਨ ਦੇ ਉੱਪਰ ਜਿੱਥੇ ਆਦਿ ਬੀੜ ਦੀ ਲਿਖਵਾਈ ਭਾਈ ਗੁਰਦਾਸ ਜੀ ਨੇ ਕੀਤੀ ਹੈ, ਉੱਥੇ ਉਹਨਾਂ ਨੇ ਆਪ ਨੂੰ ਸ਼ਾਮਿਲ ਕਰ ਲਿਆ। ਤੋ ਇਹ ਹੁਣ ਗੁਰਬਾਣੀ ਦੇ ਵਿੱਚ 923 ਪੰਨੇ ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਸਾਦਰ ਲੇਖ ਹੇਠ ਬਾਣੀ ਇਹ ਦਰਜ ਹੈ। ਸੋ ਅੱਜ ਦੀ ਇੰਨੀ ਹੀ ਵਿਚਾਰ ਆਪ ਪ੍ਰਵਾਨ ਕਰੋ। ਸੋ ਇਸ ਵਿਚਾਰ ਨਾਲ ਸੰਬੰਧਿਤ ਕੋਈ ਕਿਸੇ ਦਾ ਸਵਾਲ ਹੋਵੇ ਤੇ ਉਹ ਹੈਂਡ ਰਸ ਕਰਕੇ ਆਪ ਜੀ ਜ਼ਰੂਰ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।